Good morning, students. Now we will discuss our second part of quantitative methods. ਆਪਾਂ ਨੂੰ ਪਤਾ ਹੀ ਆਪਾਂ quantitative methods ਕਰ ਰਹੇ ਹਾਂ of credit control. ਠੀਕ ਹੈ, ਉਹਦੇ ਵਿੱਚ ਫਰਸਟ ਪੁਆਇੰਟ ਸੀਗਾ ਬੈਂਕ ਰੇਟ ਐਂਡ ਰੈਪੋ ਰੇਟ। ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀ ਕੀਤਾ, ਬੈਂਕ ਰੇਟ ਤੇ ਰੈਪੋ ਰੇਟ ਨੂੰ ਡਿਫਾਈਨ ਕੀਤਾ। ਠੀਕ ਹੈ, ਇਹਨਾਂ ਵਿੱਚ ਡਿਫਰੈਂਸ ਦੇਖਿਆ। ਆਪਾਂ ਨੂੰ ਹੁਣ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਵੀ ਬੈਂਕ ਰੇਟ ਕੀ ਹੁੰਦਾ ਤੇ ਰੈਪੋ ਰੇਟ ਕੀ ਹੁੰਦਾ। ਠੀਕ ਹੈ, ਬੈਂਕ ਰੇਟ ਤੇ ਰੈਪੋ ਰੇਟ ਕੀ ਹੁੰਦਾ, ਇਹ ਕਿਸੇ ਵੀ ਕਮਰਸ਼ੀਅਲ ਬੈਂਕ ਦੇ ਦੁਆਰਾ ਜਿਹੜੇ ਆਰਬੀਆਈ ਤੋਂ ਲੋਨ ਵਗੈਰਾ ਲਏ ਜਾਂਦੇ ਆ, ਮਨੀ ਬੋਰੋ ਵਗੈਰਾ ਕੀਤੀ ਜਾਂਦੀ ਆ, ਉਹ ਰੇਟ। ਠੀਕ ਹੈ, ਆਰਬੀਆਈ ਕੀ ਕਹਿੰਦੀ ਹੈ ਵੀ ਤੁਸੀਂ ਮੈਨੂੰ ਇੰਨਾ ਰੇਟ ਆਫ ਇੰਟਰਸਟ ਦੇ ਦਿਓ। ਠੀਕ ਹੈ, ਕਿੰਨੇ ਵੀ ਪਰਸੈਂਟ ਉਹ ਕਹਿ ਸਕਦੀ ਹੈ ਤੇ ਉਹਦੇ ਤੇ ਉਹ ਲੋਨ ਜਿਹੜਾ ਕੀ ਆ ਪ੍ਰੋਵਾਈਡ ਕਰ ਦਿੰਦੀ ਆ ਕਮਰਸ਼ੀਅਲ ਬੈਂਕਸ ਨੂੰ। ਠੀਕ ਹੈ, ਉਹਨਾਂ ਰੇਟਸ ਨੂੰ ਕੀ ਕਿਹਾ ਜਾਂਦਾ, ਬੈਂਕ ਰੇਟ ਜਾਂ ਫਿਰ ਰੈਪੋ ਰੇਟ। ਬਾਈ ਚੇਂਜਿੰਗ these rates the RBI can control and regulate the supply of money with the help of commercial banks in 3 ways। ਠੀਕ ਹੈ, ਜਿੱਥੇ ਆਪਾਂ ਪੜ੍ਹਿਆ ਸਪਲਾਈ ਆਫ ਮਨੀ, ਮਨੀ ਸਪਲਾਈ, ਕ੍ਰੈਡਿਟ ਕ੍ਰੀਏਸ਼ਨ। ਠੀਕ ਹੈ, ਇਹਦਾ ਸੇਮ ਮੀਨਿੰਗ ਆ। ਠੀਕ ਹੈ, ਆਰਬੀਆਈ ਕੀ ਕਰਦੀ ਆ, ਬੈਂਕ ਰੇਟ ਤੇ ਰੈਪੋ ਰੇਟ ਦੋਨਾਂ ਨੂੰ ਯੂਜ਼ ਕਰਕੇ ਕਿਹਨੂੰ ਕੰਟਰੋਲ ਕਰਦੀ ਆ, ਸਪਲਾਈ ਆਫ ਮਨੀ ਨੂੰ ਕੰਟਰੋਲ ਕਰਦੀ ਆ ਤੇ ਇਹਨਾਂ ਨੂੰ ਕੀ ਆ, ਰੈਗੂਲੇਟ ਕਰਦੀ ਆ। ਠੀਕ ਹੈ, ਹੁਣ ਕਹਿੰਦੇ ਇਹਦੇ 3 ਵੇਜ਼ ਆ ਇਹਨੂੰ ਕੰਟਰੋਲ ਕਰਨ ਦੇ, ਜਿਨ੍ਹਾਂ ਨਾਲ ਕੀ ਆ ਬੈਂਕ ਰੇਟ ਨੂੰ ਵਧਾ ਕੇ, ਰੈਪੋ ਰੇਟ ਨੂੰ ਵਧਾ ਕੇ ਜਾਂ ਇਹਨਾਂ ਦੋਨਾਂ ਨੂੰ ਘਟਾ ਕੇ ਕੀ ਆ ਆਪਾਂ ਕੰਟਰੋਲ ਕਰ ਸਕਦੇ ਹਾਂ ਕਿਹਨੂੰ, ਸਪਲਾਈ ਆਫ ਮਨੀ ਨੂੰ ਜਾਂ ਫਿਰ ਮਨੀ ਸਪਲਾਈ ਨੂੰ। ਉਹ ਕਿਹੜੇ ਕਿਹੜੇ 3 ਵੇਜ਼ ਆ ਉਹ ਆਪਾਂ ਦੇਖਦੇ ਹਾਂ। ਫਰਸਟ ਕੀ ਆ, ਕੀ ਕਹਿੰਦੇ ਆ, ਦਾ ਰਾਈਜ਼ ਇਨ ਦਾ ਬੈਂਕ ਰੇਟ ਐਂਡ ਦਾ ਰੈਪੋ ਰੇਟ। ਕਹਿੰਦੇ ਜੇ ਆਰਬੀਆਈ ਆ ਬੈਂਕ ਰੇਟ ਤੇ ਰੈਪੋ ਰੇਟ ਨੂੰ ਵਧਾ ਦੇ, ਮਤਲਬ ਪਹਿਲਾਂ ਕੀ ਸੀ, ਕਮਰਸ਼ੀਅਲ ਬੈਂਕ ਕਿੰਨਾ ਰੇਟ ਆਫ ਇੰਟਰਸਟ ਦੇ ਰਿਹਾ ਸੀ, 4% ਤੇ ਹੁਣ ਉਹਨਾਂ ਨੂੰ 8% ਦੇਣਾ ਪੈ ਰਿਹਾ। ਠੀਕ ਹੈ, ਇਹਦੇ ਨਾਲ ਕੀ ਆ, ਜਿਹੜਾ ਕਮਰਸ਼ੀਅਲ ਬੈਂਕ ਦੇ ਕੋਲ ਪੈਸਾ ਜਿਹੜਾ ਉਹ ਆ ਘਟਣ ਲੱਗ ਜੂਗਾ, ਕਿਉਂਕਿ ਪਹਿਲਾਂ ਤਾਂ ਉਹ 4% ਵਿਆਜ ਦਿੰਦਾ ਸੀ, ਹੁਣ ਉਹਨਾਂ ਨੂੰ 8% ਜਿਹੜਾ ਵਿਆਜ ਦੇਣਾ ਪੈ ਰਿਹਾ। ਠੀਕ ਹੈ, ਉਹਦੇ ਨਾਲ ਕੀ ਹੋਊਗੇ, ਇਹ ਡਿਸਕਰੇਜ ਹੋ ਜਾਣਗੇ। ਠੀਕ ਹੈ, ਡਿਸਕਰੇਜ ਹੋਣ ਨਾਲ ਕੀ ਆ, ਇਹਨਾਂ ਦੀ ਕ੍ਰੀਏਸ਼ਨ ਕ੍ਰੈਡਿਟ ਆ ਉਹ ਰਿਡਿਊਸ ਹੋ ਜਾਊ। ਠੀਕ ਹੈ, ਇਹ ਕੀ ਆ, ਮਤਲਬ ਇਹਦੇ ਨਾਲ ਕੀ ਹੋ ਗਿਆ, ਬੈਂਕ ਰੇਟ ਤੇ ਰੈਪੋ ਰੇਟ ਵਧਾਉਣ ਦੇ ਨਾਲ ਜਿਹੜੇ ਆ ਕਮਰਸ਼ੀਅਲ ਬੈਂਕ ਆ ਉਹ ਡਿਸਕਰੇਜ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਵੱਧ ਰੇਟ ਆਫ ਇੰਟਰਸਟ ਦੇਣਾ ਪੈ ਰਿਹਾ। ਇਹਦੇ ਨਾਲ ਕੀ ਹੋ ਜੂ, ਜਿਹੜੀ ਸਪਲਾਈ ਆਫ ਮਨੀ ਆ ਉਹ ਵੀ ਘਟ ਜੂ। ਠੀਕ ਹੈ, ਆਪਣੀ ਜਿਹੜੀ ਇਕੋਨਮੀ ਦੇ ਵਿੱਚ ਸਪਲਾਈ ਹੋ ਰਹੀ ਆ ਮਨੀ ਦੀ ਉਹ ਘਟ ਜੂ। ਘਟ ਕਿਉਂ ਜਾਊਗੀ, ਕਿਉਂਕਿ ਹੁਣ ਜਿਹੜੇ ਕਮਰਸ਼ੀਅਲ ਬੈਂਕ ਆ ਪਹਿਲਾਂ ਕੀ ਆ, ਆਰਬੀਆਈ ਨੂੰ ਘੱਟ ਰੇਟ ਆਫ ਇੰਟਰਸਟ ਦਿੰਦੇ ਸੀ, ਹੁਣ ਉਹਨਾਂ ਨੂੰ ਵੱਧ ਦੇਣਾ ਪੈ ਰਿਹਾ। ਠੀਕ ਹੈ, ਤਾਂ ਕਰਕੇ ਜਿਹੜੀ ਸਪਲਾਈ ਆ ਉਹ ਆਰਬੀਆਈ ਕੋਲ ਜਾ ਰਹੀ ਆ ਤੇ ਇਕੋਨਮੀ ਦੇ ਵਿੱਚ ਘਟ ਰਹੀ ਆ। ਠੀਕ ਹੈ, ਐਜ਼ ਅੱਗੇ ਕੀ ਆ, ਇਨ ਔਨ ਦਾ ਅਦਰ ਹੈਂਡ ਆ ਫਾਲ ਇਨ ਦਾ ਰੇਟ ਐਂਡ ਦਾ ਰੈਪੋ ਰੇਟ। ਕਹਿੰਦੇ ਜੇ ਕੀ ਹੈ, ਰੈਪੋ ਰੇਟ ਦਾ ਬੈਂਕ ਰੇਟ ਆ ਇਹਨਾਂ ਨੂੰ ਘਟਾ ਦਿੱਤਾ ਜਾਊਗਾ, ਮਤਲਬ ਪਹਿਲਾਂ 8% ਸੀ ਮੰਨ ਲਓ। ਠੀਕ ਹੈ, ਫਿਰ ਇਹਨੂੰ ਘਟਾ ਕੇ 4% ਕਰ ਦਿੱਤਾ, ਤਾਂ ਇਹਦੇ ਨਾਲ ਕੀ ਹੋਊਗਾ, ਕਮਰਸ਼ੀਅਲ ਬੈਂਕ ਇਨਕਰੇਜ ਹੋ ਜਾਣਗੇ, ਉਹਨਾਂ ਨੂੰ ਖੁਸ਼ੀ ਹੋਊਗੀ ਕਿਉਂਕਿ ਸਾਨੂੰ ਘੱਟ ਰੇਟ ਆਫ ਇੰਟਰਸਟ ਦੇਣਾ ਪੈ ਰਿਹਾ ਤੇ ਉਹ ਵੱਧ ਤੋਂ ਵੱਧ ਅੱਗੇ ਕੀ ਆ, ਲੋਨ ਲੋਕਾਂ ਨੂੰ ਦੇ ਸਕਣਗੇ। ਠੀਕ ਹੈ, ਇਹਦੇ ਨਾਲ ਕੀ ਹੋਊਗਾ, ਉਹਨਾਂ ਦੀ ਕ੍ਰੈਡਿਟ ਕੰਟਰੋਲ ਕ੍ਰੀਏਸ਼ਨ ਆ ਜਿਹੜੀ ਕਿ ਉਹ ਵੱਧ ਜਾਊਗੀ, ਜਿਹਦੇ ਨਾਲ ਸਪਲਾਈ ਆਫ ਮਨੀ ਜਿਹੜੀ ਇਕੋਨਮੀ ਦੇ ਵਿੱਚ ਵੱਧ ਜੂਗੀ, ਕਿਉਂਕਿ ਹੁਣ ਉਹ ਆਰਬੀਆਈ ਨੂੰ ਅੱਗੇ ਨਾਲੋਂ ਘੱਟ ਪੈਸੇ ਪੇ ਕਰ ਰਹੇ ਆ, ਤਾਂ ਕਰਕੇ ਉਹਨਾਂ ਕੋਲ ਜ਼ਿਆਦਾ ਮਨੀ ਆ ਲੋਕਾਂ ਨੂੰ ਦੇਣ ਲਈ। ਠੀਕ ਹੈ, ਲੋਕਾਂ ਨੂੰ ਦੇ ਕੇ ਉਹ ਵੱਧ ਤੋਂ ਵੱਧ ਆਪਦੀ ਜਿਹੜੀ ਕ੍ਰੀਏਸ਼ਨ ਆ, ਕ੍ਰੈਡਿਟ ਕ੍ਰੀਏਸ਼ਨ ਆ ਕਰ ਸਕਦੇ ਆ, ਤਾਂ ਕਰਕੇ ਜਿਹੜੀ ਇਨਕਰੀਜ਼ ਇਨ ਸਪਲਾਈ ਆਫ ਮਨੀ ਹੋ ਜੂਗੀ। ਠੀਕ ਹੈ, ਅੱਗੇ ਦੇਖੋ, ਜੇ ਆਪਣੀ ਇਕੋਨਮੀ ਦੇ ਵਿੱਚ ਡੀਫਲੇਸ਼ਨ ਆ, ਮਤਲਬ ਕੀਮਤਾਂ ਘਟ ਗਈਆਂ, ਤਾਂ ਕੀ ਹੋਊਗਾ, ਬੈਂਕ ਰੇਟ ਕੀ ਆ, ਬੈਂਕ ਰੇਟ ਐਂਡ ਦਾ ਰੈਪੋ ਰੇਟ ਆਰ decrease when the supply of money needs to be increased। ਠੀਕ ਹੈ, ਜੇ ਡਿਫਲੇਸ਼ਨ ਆ ਜੂਗੀ ਤਾਂ ਆਰਬੀਆਈ ਕੀ ਕਰ ਦੂਗਾ, ਬੈਂਕ ਰੇਟ ਤੇ ਰੈਪੋ ਰੇਟ ਨੂੰ ਘਟਾ ਦੂਗਾ। ਠੀਕ ਹੈ, ਜਿਹਦੇ ਨਾਲ ਜਿਹੜੀ ਮਨੀ ਸਪਲਾਈ ਆ ਉਹ ਵੱਧ ਜੂਗੀ। ਇਸ ਤੋਂ ਉਲਟ ਜੇ ਆਪਣੀ ਇਕੋਨਮੀ ਦੇ ਵਿੱਚ ਇਨਫਲੇਸ਼ਨ ਆ ਤਾਂ ਕੀ ਹੋਊਗਾ, ਬੈਂਕ ਰੇਟ ਤੇ ਰੈਪੋ ਰੇਟ ਨੂੰ ਇਨਕਰੀਜ਼ ਕਰ ਦਿੱਤਾ ਜਾਊਗਾ। ਇਨਕਰੀਜ਼ ਕਰਨ ਦੇ ਨਾਲ ਜਿਹੜੀ ਸਪਲਾਈ ਆ ਉਹ ਕੀ ਆ, ਕੰਟਰੋਲ ਹੋ ਜੂਗੀ। ਠੀਕ ਹੈ, ਇਹਦੇ ਨਾਲ ਜਿਹੜੀਆਂ ਕੀਮਤਾਂ ਉਹ ਫਿਰ ਘਟਣ ਲੱਗ ਜਾਣਗੀਆਂ। ਹੁਣ ਅੱਗੇ ਦੇਖੋ, ਵਟ ਵਿਲ ਹੈਪਨ ਇਫ ਬੈਂਕ ਰੇਟ ਔਰ ਰੈਪੋ ਰੇਟ ਇਜ਼ ਇਨਕਰੀਜ਼। ਠੀਕ ਹੈ, ਜੇ ਕਹਿੰਦੇ ਕੀ ਆ, ਬੈਂਕ ਰੇਟ ਆ, ਠੀਕ ਹੈ, ਜਾਂ ਫਿਰ ਰੈਪੋ ਰੇਟ ਆ, ਉਹ ਇਨਕਰੀਜ਼ ਕਰ ਦੇਣਗੇ ਤਾਂ ਕੀ ਹੋਊਗਾ, ਕਹਿੰਦੇ ਜੇ ਇਹ ਦੋਨੇ ਇਨਕਰੀਜ਼ ਕਰਨਗੇ ਤਾਂ ਰੇਟ ਆਫ ਇੰਟਰਸਟ ਕੀ ਆ, ਜ਼ਿਆਦਾ ਹੋ ਜਾਊਗਾ।
ठीक है। ਜਿਹੜੀ ਪਬਲਿਕ ਆ ਲੋਨ ਘੱਟ ਲੈਣਾ ਸ਼ੁਰੂ ਕਰੂਗੀ। ਆਪਾਂ ਨੂੰ ਪਤਾ ਹੀ ਹੈ ਜੇ ਵੱਧ ਰੇਟ ਆਫ ਇੰਟਰਸਟ ਆਪਾਂ ਨੂੰ ਦੇਣਾ ਪੈ ਰਿਹਾ ਤੇ ਆਪਾਂ ਘੱਟ ਲੋਨ ਲਵਾਂਗੇ। ਘੱਟ ਲੋਨ ਲੈਣ ਦੇ ਨਾਲ ਕੀ ਹੋ ਜਾਊਗਾ, ਜਿਹੜੀ ਇਨਵੈਸਟਮੈਂਟ ਆ ਆਪਾਂ ਘੱਟ ਕਰਾਂਗੇ। ਇਨਵੈਸਟਮੈਂਟ ਘੱਟ ਹੋਣ ਦੇ ਨਾਲ ਅਨਇੰਪਲਾਇਮੈਂਟ ਆ ਜੂਗੀ। ਠੀਕ ਹੈ, ਅਨਇੰਪਲਾਇਮੈਂਟ ਹੋਣ ਦੇ ਨਾਲ ਕੀ ਆ, ਇਨਕਮ ਘੱਟ ਹੋ ਜੂਗੀ, ਉਹਦੇ ਨਾਲ ਡਿਮਾਂਡ ਵੀ ਘੱਟ ਹੋਣ ਲੱਗ ਜੂਗੀ। ਜਦੋਂ ਡਿਮਾਂਡ ਘੱਟ ਹੋ ਜੂਗੀ ਸ਼ੌਪਕੀਪਰ ਸੋਚਣਗੇ ਵੀ ਸਾਡੀਆਂ ਚੀਜ਼ਾਂ ਘੱਟ ਵਿਕਣ ਲੱਗ ਗਈਆਂ ਤਾਂ ਉਹ ਪ੍ਰਾਈਸ ਨੂੰ ਘਟਾ ਦੇਣਗੇ। ਉਹਦੇ ਨਾਲ ਕੀ ਹੈ, ਡੀਫਲੇਸ਼ਨ ਆ ਜੂਗੀ। ਠੀਕ ਹੈ, ਇਹ ਕੀ ਹੈ, ਡੀਫਲੇਸ਼ਨ ਦਾ ਕਾਰਨ ਬਣਦੀ ਹੈ। ਇਸ ਤੋਂ ਉਲਟ ਜੇਕਰ ਰੈਪੋ ਰੇਟ ਤੇ ਜਿਹੜੇ ਬੈਂਕ ਰੇਟ ਆ ਉਹ ਘਟਾ ਦਿੱਤੇ ਜਾਣਗੇ, ਉਹਦੇ ਨਾਲ ਕੀ ਹੋਊਗਾ, ਆਪਾਂ ਨੂੰ ਪਤਾ ਹੀ ਹੈ ਜਦੋਂ ਰੇਟ ਆਫ ਇੰਟਰਸਟ ਆਪਾਂ ਨੂੰ ਕੀ ਆ ਘੱਟ ਮਿਲ ਰਹੇ ਆ। ਠੀਕ ਹੈ, ਆਪਾਂ ਲੋਨਸ ਜ਼ਿਆਦਾ ਲੈਣ ਲੱਗ ਜਾਾਂਗੇ। ਠੀਕ ਹੈ, ਆਪਾਂ ਬਹੁਤ ਹਾਊਸ ਲੋਨ ਲੈ ਲਾਂਗੇ, ਕਾਰਸ ਤੇ ਲੋਨ ਲੈ ਲਾਂਗੇ। ਠੀਕ ਹੈ, ਉਹਦੇ ਨਾਲ ਆਪਾਂ ਇਨਵੈਸਟਮੈਂਟ ਵੀ ਵਧਾ ਸਕਦੇ ਹਾਂ। ਜਦੋਂ ਇਨਵੈਸਟਮੈਂਟ ਵਧਾਵਾਂਗੇ ਤਾਂ ਕੀ ਹੋ ਜਾਊਗਾ, ਜਿਹੜੀ ਇੰਪਲਾਇਮੈਂਟ ਵੱਧ ਜੂਗੀ। ਇੰਪਲਾਇਮੈਂਟ ਵਧਣ ਨਾਲ ਇਨਕਮ ਵੱਧ ਜੂਗੀ ਤਾਂ ਫਿਰ ਕੀ ਹੈ, ਡਿਮਾਂਡ ਵੀ ਵਧਾਉਣ ਲੱਗ ਜਾਣਗੇ। ਠੀਕ ਹੈ, ਜਦੋਂ ਡਿਮਾਂਡ ਵੱਧ ਗਈ ਤਾਂ ਸ਼ੌਪਕੀਪਰ ਕਹਿਣਗੇ ਵੀ ਲੋਕਾਂ ਕੋਲ ਪੈਸਾ ਬਹੁਤ ਆ, ਡਿਮਾਂਡ ਵੀ ਬਹੁਤ ਕਰ ਰਹੇ ਆ ਤੇ ਹੁਣ ਵੀ ਆਪਾਂ ਪ੍ਰੋਫਿਟ ਕਮਾਉਣ ਲਈ ਕੀ ਆ, ਪ੍ਰਾਈਸ ਵਧਾ ਦਈਏ। ਜਦੋਂ ਪ੍ਰਾਈਸ ਵੱਧ ਜਾਣਗੇ ਤਾਂ ਉਹ ਇਨਫਲੇਸ਼ਨ ਆ ਜੂਗੀ। ਹੁਣ ਤੁਹਾਨੂੰ ਇਹ ਪਹਿਲਾਂ ਦੱਸਿਆ ਵੀ ਜਦੋਂ ਡੀਫਲੇਸ਼ਨ ਤੇ ਇਨਫਲੇਸ਼ਨ ਆ ਜਾਂਦੀ ਹੈ ਤੇ ਬੈਂਕ ਰੇਟ ਨੂੰ ਕੀ ਕੀਤਾ ਜਾਂਦਾ। ਜਦੋਂ ਡੀਫਲੇਸ਼ਨ ਆ ਜਾਂਦੀ ਹੈ ਬੈਂਕ ਰੇਟ ਕੀ ਆ, ਘਟਾ ਦਿੱਤੇ ਜਾਂਦੇ ਆ ਤੇ ਜਦੋਂ ਇਨਫਲੇਸ਼ਨ ਆ ਜੂਗੀ ਬੈਂਕ ਰੇਟ ਤੇ ਰੈਪੋ ਰੇਟ ਕੀ ਆ, ਵਧਾ ਦਿੱਤੇ ਜਾਂਦੇ ਆ। ਠੀਕ ਹੈ, ਇਸ ਤੋਂ ਅੱਗੇ ਸੈਕਿੰਡ ਵੇ ਕੀ ਹੈ, ਇੱਥੋਂ ਤੱਕ ਆਪਣਾ ਫਰਸਟ ਕੰਪਲੀਟ ਹੋ ਗਿਆ। ਸੈਕਿੰਡ ਵੇ ਕੀ ਹੈ ਜਿਹਦੇ ਨਾਲ ਕੰਟਰੋਲ ਕਰ ਸਕਦੇ ਆ, ਇਨਕਰੀਜ਼ ਇਨ ਦਾ ਬੈਂਕ ਰੇਟ ਐਂਡ ਦਾ ਰੈਪੋ ਰੇਟ ਐਕਟਸ ਐਜ਼ ਆ ਵਾਰਨਿੰਗ ਸਿਗਨਲ ਟੂ ਦਾ ਕਮਰਸ਼ੀਅਲ ਬੈਂਕ ਟੂ ਦਾ ਮੇਨਟੇਨ ਹੈਲਥੀ ਰਿਜ਼ਰਵਸ ਆਫ ਦੇਅਰ ਵਾਇਲਟ ਕੈਸ਼। ਮਤਲਬ ਜਦੋਂ ਕੀ ਆ ਇਨਕਰੀਜ਼ ਜਾਂ ਡਿਕਰੀਜ਼ ਕੀਤਾ ਜਾਂਦਾ ਬੈਂਕ ਰੇਟ ਤੇ ਰੈਪੋ ਰੇਟ ਨੂੰ, ਠੀਕ ਹੈ, RBI ਵੱਲੋਂ ਇੱਕ ਵਾਰਨਿੰਗ ਸਿਗਨਲ ਦਿੱਤਾ ਜਾਂਦਾ ਕਿਹਨੂੰ, ਕਮਰਸ਼ੀਅਲ ਬੈਂਕ ਨੂੰ, ਵੀ ਤੁਸੀਂ ਆਪਦੇ ਜਿਹੜੇ ਵਾਇਲਟ ਕੈਸ਼ ਆ, ਮਤਲਬ ਜੋ ਵੀ ਪੈਸਾ ਤੁਸੀਂ ਲੋਕਾਂ ਨੂੰ ਦਿੰਨੇ ਆ, ਠੀਕ ਹੈ, ਉਹਨਾਂ ਨੂੰ ਹੈਲਥੀ ਬਣਾਓ, ਮਤਲਬ ਉਹਨਾਂ ਨੂੰ ਆਪਦੇ ਕੰਟਰੋਲ ਦੇ ਵਿੱਚ ਰੱਖੋ। ਠੀਕ ਹੈ, ਦੇਖੋ ਹੁਣ ਜਦੋਂ ਉਹ ਵਾਰਨਿੰਗ ਦੇ ਦਿੰਦੀ ਆ ਤਾਂ ਬੈਂਕ ਰੇਟ ਤਾਂ ਰੈਪੋ ਰੇਟ ਦੇ ਵਿੱਚ ਕੀ ਆ, ਵਾਧਾ ਕਰ ਦਿੰਦੀ ਆ। ਤਾਂ ਉਹਦੇ ਨਾਲ ਕੀ ਹੋ ਜਾਊਗਾ, ਜਿਹੜੀ ਕ੍ਰੈਡਿਟ ਕਰੇਟ ਦੀ ਕਪੈਸਿਟੀ ਆ ਉਹ ਬੈਂਕਾਂ ਦੇ ਕੋਲ ਘਟ ਜੂਗੀ, ਕਿਉਂਕਿ ਉਹ ਵੱਧ ਰੇਟ ਆਫ ਇੰਟਰਸਟ RBI ਨੂੰ ਦੇ ਰਹੇ ਆ, ਉਹਨਾਂ ਕੋਲ ਪੈਸਾ ਘਟ ਜੂਗਾ ਤੇ ਉਹਨਾਂ ਦੀ ਕ੍ਰੀਏਸ਼ਨ ਵੀ ਘਟ ਜੂਗੀ, ਜਿਹਦੇ ਨਾਲ ਜਿਹੜੀ ਸਪਲਾਈ ਆਫ ਮਨੀ ਆ ਉਹ ਵੀ ਘਟ ਜੂਗੀ। ਇਸ ਤੋਂ ਉਲਟ ਜਦੋਂ ਬੈਂਕ ਰੇਟ ਤੇ ਰੈਪੋ ਰੇਟ ਦੇ ਵਿੱਚ ਕੀ ਆ, ਉਹ ਕਮੀ ਕਰ ਦੂ RBI, ਤਾਂ ਉਹਨਾਂ ਕੋਲ ਪੈਸਾ ਜ਼ਿਆਦਾ ਆ ਜਾਊਗਾ। ਠੀਕ ਹੈ, ਕਿਉਂਕਿ ਉਹ ਘੱਟ ਰੇਟ ਆਫ ਇੰਟਰਸਟ ਦੇ ਰਹੇ ਨੇ ਕਮਰਸ਼ੀਅਲ ਬੈਂਕਸ। ਠੀਕ ਹੈ, ਇਹਦੇ ਨਾਲ ਕੀ ਹੋਊਗਾ, ਉਹਨਾਂ ਕੋਲ ਕ੍ਰੀਏਸ਼ਨ ਦੇ ਲਈ ਕ੍ਰੈਡਿਟ ਵੱਧ ਜੂਗਾ ਤੇ ਉਹਦੇ ਨਾਲ ਸਪਲਾਈ ਆਫ ਮਨੀ ਵੀ ਵੱਧ ਜੂਗੀ। ਇਸ ਤੋਂ ਬਿਨਾਂ ਅੱਗੇ ਜਿਹੜਾ ਲਾਸਟ ਵਾਲਾ ਪੁਆਇੰਟ ਆ ਉਹ ਥਰਡ ਪੁਆਇੰਟ ਆ, ਕਹਿੰਦੇ ਵੈਨ ਬੈਂਕ ਰੇਟ ਐਂਡ ਦਾ ਰੈਪੋ ਰੇਟ ਇਨਕਰੀਜ਼ ਮਾਰਕੀਟ ਰੇਟ ਆਫ ਇੰਟਰਸਟ। ਠੀਕ ਹੈ, ਮਾਰਕੀਟ ਰੇਟ ਆਫ ਇੰਟਰਸਟ ਕੀ ਹੁੰਦਾ, ਜਿਹੜਾ ਕੀ ਆ ਇੰਟਰਸਟ ਰੇਟਸ ਚਾਰਜਡ ਬਾਏ ਦਾ ਕਮਰਸ਼ੀਅਲ ਬੈਂਕਸ ਫਰੋਮ ਦੇਅਰ ਬੋਰੋਸ। ਆਪਾਂ ਕਿਹਦੇ ਕੋਲ ਜਾਂਦੇ ਆ, ਕਮਰਸ਼ੀਅਲ ਬੈਂਕ ਕੋਲ ਲੋਨ ਵਗੈਰਾ ਲੈਣ ਲਈ। ਠੀਕ ਹੈ, ਉਹ ਆਪਣੇ ਤੋਂ ਕੀ ਕਰਦੇ ਆ, ਮਾਰਕੀਟ ਰੇਟ ਆਫ ਇੰਟਰਸਟ ਲੈਂਦੇ ਆ। ਠੀਕ ਹੈ, ਉਹਨਾਂ ਨੂੰ ਆਪਾਂ ਰੇਟ ਆਫ ਇੰਟਰਸਟ ਦਿੰਦੇ ਆ ਤਾਂ ਹੀ ਬਦਲੇ ਵਿੱਚ ਲੋਨ ਮਿਲਦੇ ਆ। ਠੀਕ ਹੈ, ਹੁਣ ਇਹਨਾਂ ਦਾ ਆਪਸ ਵਿੱਚ ਕੀ ਸੰਬੰਧ ਆ, ਕਹਿੰਦੇ ਕੀ ਆ, ਜਦੋਂ ਬੈਂਕ ਰੇਟ ਤੇ ਰੈਪੋ ਰੇਟ ਵਧਾ ਦਿੰਦੇ ਆ RBI ਤਾਂ ਕੀ ਹੋਊਗਾ, ਜਿਹੜੇ ਕਮਰਸ਼ੀਅਲ ਬੈਂਕ ਆ ਉਹ ਵੀ ਇੰਟਰਸਟ ਰੇਟ ਨੂੰ ਵਧਾ ਦੇਣਗੇ, ਕਿਉਂਕਿ ਉਹ ਅੱਗੇ ਵੱਧ ਪੇ ਕਰ ਰਹੇ ਆ ਤਾਂ ਉਹ ਆਪਣੇ ਤੋਂ ਵੀ ਵੱਧ ਲੈਣਗੇ। ਜਦੋਂ ਵੱਧ ਲੈਣਗੇ ਆਪਾਂ ਨੂੰ ਫਿਰ ਪਤਾ ਵੀ ਆਪਾਂ ਲੋਨਸ ਆ ਕਿਹੜੇ ਉਹ ਘੱਟ ਲੈਣੇ ਸ਼ੁਰੂ ਕਰ ਦਾਂਗੇ, ਜਿਹਦੇ ਨਾਲ ਆਪਣੀ ਐਕਸਪੈਂਡੀਚਰ ਆ, ਜਿਹੜਾ ਖਰਚਾ ਵਾ, ਇਨਵੈਸਟਮੈਂਟ ਆ, ਜਿਹੜੀ ਕੰਜ਼ੰਪਸ਼ਨ ਆ ਉਹ ਘਟ ਜੂਗੀ। ਠੀਕ ਹੈ, ਆਪਣੀ ਡਿਮਾਂਡ ਉਹਦੇ ਨਾਲ ਘਟ ਜੂਗੀ। ਡਿਮਾਂਡ ਘਟਣ ਦੇ ਨਾਲ ਕੀ ਹੋ ਜੂਗਾ, ਆਪਣੀ ਮਨੀ ਸਪਲਾਈ ਘਟ ਜੂਗੀ। ਮਨੀ ਸਪਲਾਈ ਘਟਣ ਦੇ ਨਾਲ ਕੀ ਹੁੰਦਾ, ਆਪਾਂ ਨੂੰ ਪਤਾ ਹੈ ਮਨੀ ਸਪਲਾਈ ਜਦੋਂ ਘਟ ਜਾਂਦੀ ਹੈ ਇਹਦੇ ਨਾਲ ਕੀ ਕੰਟਰੋਲ ਹੁੰਦੀ ਆ, ਇਨਫਲੇਸ਼ਨ ਕੰਟਰੋਲ ਹੁੰਦੀ ਆ। ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ, ਦਿਸ ਇਜ਼ ਕਾਲਡ ਡੀਅਰ ਮੋਨੀਟਰੀ ਪਾਲਿਸੀ। ਇਹਨੂੰ ਡੀਅਰ ਮੋਨੀਟਰੀ ਪਾਲਿਸੀ ਵੀ ਕਿਹਾ ਜਾਂਦਾ। ਇਸ ਤੋਂ ਅੱਗੇ ਜੇ ਕਹਿੰਦੇ ਉਲਟਾ, ਜੇ ਕੀ ਆ RBI ਕਮਰਸ਼ੀਅਲ ਬੈਂਕ ਤੋਂ ਰੇਟ ਆਫ ਇੰਟਰਸਟ ਘੱਟ ਲੈ ਰਹੇ ਆ ਤਾਂ ਕੀ ਆ, ਜਿਹੜੇ ਬੈਂਕ ਵੀ ਆ, ਕਮਰਸ਼ੀਅਲ ਬੈਂਕ ਵੀ ਆ, ਆਪਣੇ ਤੋਂ ਵੀ ਰੇਟ ਆਫ ਇੰਟਰਸਟ ਘੱਟ ਲੈਣਗੇ। ਜਦੋਂ ਰੇਟ ਆਫ ਇੰਟਰਸਟ ਘੱਟ ਲੈਣਗੇ ਆਪਾਂ ਲੋਨਸ ਜ਼ਿਆਦਾ ਕਰ ਦਾਂਗੇ, ਆਪਣੀ ਇਨਵੈਸਟਮੈਂਟ ਵੱਧ ਜੂਗੀ। ਠੀਕ ਹੈ, ਕੰਜ਼ੰਪਸ਼ਨ ਵੱਧ ਜੂਗੀ, ਡਿਮਾਂਡ ਵੱਧ ਜੂਗੀ ਤੇ ਸਪਲਾਈ ਆਫ ਮਨੀ ਵੀ ਵੱਧ ਜੂਗੀ। ਠੀਕ ਹੈ, ਇਹਦੇ ਨਾਲ ਕੀ ਹੋਊਗਾ, ਆਪਣੀ ਡਿਫਲੇਸ਼ਨ ਆ ਜਿਹੜੀ ਉਹ ਕੰਟਰੋਲ ਹੋ ਜੂਗੀ। ਇਹਨੂੰ ਕੀ ਕਹਿੰਦੇ ਆ, ਚੀਪ ਮੋਨੀਟਰੀ ਪਾਲਿਸੀ। ਅੱਗੇ ਦੇਖੋ, ਦ ਸਕਸੈਸ ਆਫ ਬੈਂਕ ਐਂਡ ਦਾ ਰੈਪੋ ਰੇਟ ਪਾਲਿਸੀ
ਡਿਪੈਂਡਸ ਔਨ ਦਾ ਫੋਲੋਇੰਗ ਫੈਕਟਰਸ। ਕਹਿੰਦੇ ਜਿਹੜੇ ਬੈਂਕ ਰੇਟ ਆ, ਰੈਪੋ ਰੇਟ, ਉਹਨਾਂ ਵਿੱਚ ਵਾਧਾ ਘਾਟਾ ਕੀਤਾ ਜਾਂਦਾ, ਠੀਕ ਹੈ, ਇਹਦੀ ਸਕਸੈਸਨੈਸ ਕਿੱਥੇ ਡਿਪੈਂਡ ਕਰਦੀ ਹੈ? ਕਹਿੰਦੇ ਨੀਚੇ ਦਿੱਤੇ ਜਿਹੜੇ ਫੈਕਟਰਸ ਆ ਉਹਨਾਂ ਤੇ ਡਿਪੈਂਡ ਕਰਦੇ ਆ। ਕੀ ਕਹਿੰਦੇ ਆ? ਦ ਡਿਗਰੀ ਆਫ ਡਿਪੈਂਡੈਂਸ ਆਫ ਦਾ ਕਮਰਸ਼ੀਅਲ ਬੈਂਕਸ ਅਪੋਨ ਦਾ ਸੈਂਟਰਲ ਬੈਂਕ ਫॉर ਦਾ ਫਾਈਨੈਂਸ਼ੀਅਲ ਹੈਲਪ ਸ਼ੁੱਡ ਬੀ ਹਾਈ। ਠੀਕ ਹੈ, ਆਪਾਂ ਨੂੰ ਪਤਾ ਹੀ ਆ ਜਦੋਂ ਕਮਰਸ਼ੀਅਲ ਬੈਂਕ ਆ ਉਹ ਕਿਹਨਾਂ ਤੇ ਡਿਪੈਂਡ ਕਰਦੇ ਆ? ਸੈਂਟਰਲ ਬੈਂਕ ਦੇ ਉੱਤੇ। ਤਾਂ ਕਰਕੇ ਇਹਨਾਂ ਦੀ ਡਿਪੈਂਡੈਂਸ ਆ ਜਿਹੜੀ ਉਹ ਵੱਧ ਜੂਗੀ, ਕਿਉਂਕਿ ਜਦੋਂ ਵੀ ਕੋਈ ਕਮਰਸ਼ੀਅਲ ਬੈਂਕ ਨੂੰ ਪੈਸਾ ਚਾਹੀਦਾ ਹੁੰਦਾ ਉਹ ਕਿਹਦੇ ਤੋਂ ਲੈਂਦੇ ਆ? ਕਮਰਸ਼ੀਅਲ ਬੈਂਕ ਤੋਂ। ਤਾਂ ਕਰਕੇ ਇਹਦੇ ਤੇ ਉਹ ਡਿਪੈਂਡ ਕਰਦਾ। ਸੈਕਿੰਡ ਪੁਆਇੰਟ ਆ, ਦਾ ਕਮਰਸ਼ੀਅਲ ਬੈਂਕ ਮਸਟ ਹੈਵ ਸਫੀਸ਼ੀਐਂਟ amount of security so that commercial banks are able to discount them the time of financial help from the central bank। ਠੀਕ ਹੈ, ਸੈਂਟਰਲ ਬੈਂਕ ਤੋਂ ਹੈਲਪ ਕਿਉਂ ਲੈ ਸਕਦਾ ਕਮਰਸ਼ੀਅਲ ਬੈਂਕ? ਕਿਉਂਕਿ ਕਮਰਸ਼ੀਅਲ ਬੈਂਕ ਦੀ ਕੁਝ ਅਮਾਊਂਟ ਆ ਜਿਹੜੀ ਉਹ RBI ਕੋਲ ਜਮ੍ਹਾਂ ਹੁੰਦੀ ਹੈ, ਤਾਂ ਕਰਕੇ ਮੁਸੀਬਤ ਦੇ ਸਮੇਂ ਜਿਹੜਾ ਸੈਂਟਰਲ ਬੈਂਕ ਆ ਉਹਨਾਂ ਦੀ ਮਦਦ ਕਰਦਾ। ਇਦੋਂ ਅੱਗੇ, ਦਾ ਇਕਨੋਮਿਕ ਸਟਰਕਚਰ ਆਫ ਦਾ ਇਕੋਨਮੀ ਸ਼ੁੱਡ ਬੀ relatively elastic ਕਿਉਂ? so that with the change in the bank rate the price cost wages output and the employment can ਚੇਂਜ ਅਕੋਰਡਿੰਗਲੀ। ਆਪਾਂ ਪਹਿਲਾਂ ਵੀ ਪੜ੍ਹਿਆ, ਜਦੋਂ ਕੋਈ ਵੀ ਚੀਜ਼ ਵੱਧ ਜਾਂਦੀ ਹੈ ਤਾਂ ਸਾਰੀਆਂ ਚੀਜ਼ਾਂ ਕੀ ਆ ਉਹਨਾਂ ਤੇ ਉਲਟ ਪ੍ਰਭਾਵ ਪੈਣ ਲੱਗ ਜਾਂਦਾ। ਠੀਕ ਹੈ, ਜਦੋਂ ਹੁਣ ਆਪਣੇ ਪਤਾ ਵੀ ਬੈਂਕ ਰੇਟ ਵੱਧ ਰਿਹਾ, ਠੀਕ ਹੈ, ਉਹਦੇ ਨਾਲ ਕੀ ਆ ਕੋਸਟ ਵੀ ਆ ਜਿਹੜੀਆਂ ਉਹ ਕੀ ਆ ਵੱਧ ਜਾਣਗੀਆਂ। ਠੀਕ ਹੈ, ਅਨਇੰਪਲੋਇਮੈਂਟ ਆ ਜੂਗੀ। ਠੀਕ ਹੈ, ਇਸ ਤਰ੍ਹਾਂ ਕੀ ਆ ਵੀ ਇੱਕ ਬੈਂਕ ਰੇਟ ਦੇ ਵਧਣ ਦੇ ਨਾਲ ਬਾਕੀ ਚੀਜ਼ਾਂ ਤੇ ਅਸਰ ਵੀ ਪੈਂਦਾ। ਠੀਕ ਹੈ, ਦੂਸਰੀਆਂ ਚੀਜ਼ਾਂ ਉਹਨਾਂ ਤੇ ਡਿਪੈਂਡ ਕਰਦੀਆਂ। ਇਸ ਤੋਂ ਅੱਗੇ ਲਾਸਟ, there should be positive correlation between the bank rate and the market interest rate। ਆਪਾਂ ਨੂੰ ਪਤਾ ਵੀ ਬੈਂਕ ਰੇਟ ਦੇ ਵਿੱਚ ਤੇ ਮਾਰਕੀਟ ਇੰਟਰਸਟ ਦੇ ਵਿੱਚ ਕੀ ਆ ਪੋਜ਼ਿਟਿਵ ਸੰਬੰਧ ਆ। ਕਹਿੰਦੇ ਜਦੋਂ ਬੈਂਕ ਰੇਟ ਕੌਣ ਵਧਾਉਂਦਾ? RBI। ਮਾਰਕੀਟ ਇੰਟਰਸਟ ਕੌਣ ਲੈਂਦਾ? ਕਮਰਸ਼ੀਅਲ ਬੈਂਕ। ਜਦੋਂ RBI ਬੈਂਕ ਰੇਟ ਵਧਾ ਦਿੰਦਾ ਤੇ ਜਿਹੜੇ ਬੈਂਕ ਆ ਕਮਰਸ਼ੀਅਲ ਬੈਂਕ ਵੀ ਆਪਣਾ ਰੇਟ ਆਫ ਇੰਟਰਸਟ ਵਧਾ ਦਿੰਦੇ ਆ। ਤਾਂ ਕਰਕੇ ਆਪਾਂ ਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਕੀ ਆ ਪੋਜ਼ਿਟਿਵ ਰਿਲੇਸ਼ਨ ਆ। ਠੀਕ ਹੈ, ਇਹ ਪੁਆਇੰਟ ਇੱਥੋਂ ਤੱਕ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।